ਸਤਿਗੁਰੂ ਕਹਿੰਦੇ ਨੇ ਇਹ ਮਨੁੱਖ ਦਾ ਸੁਭਾਅ ਬਣਿਆ ਹੋਇਆ ਹੈ। ਅਰਦਾਸਾਂ ਤੇ ਕਰਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ, ਪਰ ਬਾਹਰ ਜਾ ਕੇ ਫਿਰ ਅਸੀਂ ਭਟਕ ਜਾਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੇ ਅਥਾਹ। ਬਾਹਰੋਂ ਤੂੰ ਬੜਾ ਸੋਹਣਾ ਬਣਿਆ ਹੋਇਆ, ਬੜੇ ਸੋਹਣੇ ਤੂੰ ਕੱਪੜੇ ਪਾਏ ਹਨ, ਬੜੀਆਂ ਸੋਹਣੀਆਂ ਦਸਤਾਰਾਂ ਸਜਾ ਲਈਆਂ ਹਨ, ਬੜੇ ਸੋਹਣੇ ਤੋਂ ਧਾਰਮਿਕ ਸ਼ਿੰਗਾਰ ਕੀਤੇ ਹਨ, ਪਰ ਅੰਦਰ ਤੇ ਤੇਰੇ ਅਗਨ ਭਰੀ ਹੋਈ ਹੈ। ਬਾਹਰੋਂ ਕੁਝ ਹੋਰ ਹਾਂ ਤੇ ਅੰਦਰੋਂ ਕੁਝ ਹੋਰ ਹਾਂ। ਸਤਿਗੁਰ ਕਹਿੰਦੇ ਨੇ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆਂ। ਉਹ ਕੱਚੇ ਮਨੁੱਖ ਨੇ ਜਿਹੜੇ ਅੰਦਰੋਂ ਕੁਝ ਹੋਰ ਨੇ ਤੇ ਬਾਹਰੋਂ ਕੁਝ ਹੋਰ ਹਨ, ਜਿਹੜੇ ਕਦੀ ਇੱਥੇ ਮੱਥਾ ਟੇਕਦੇ ਨੇ, ਕਦੀ ਉੱਥੇ ਮੱਥਾ ਟੇਕਦੇ ਨੇ, ਕਦੀ ਉਹਦੇ ਅੱਗੇ ਹੱਥ ਫੈਲਾਉਂਦੇ ਹਨ, ਕਦੀ ਉਹਦੇ ਕੋਲੋਂ ਦੁਆਵਾਂ ਮੰਗਦੇ ਹਨ। ਮਨੁੱਖ ਅਰਦਾਸਾਂ ਤੇ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੇਰੀ ਇਹ ਅਰਦਾਸ ਕੀਤੀ ਹੋਈ, ਤੇਰਾ ਇਹ ਮੱਥਾ ਟੇਕਣਾ ਪ੍ਰਵਾਨ ਨਹੀਂ ਹੁੰਦਾ ਹੈ, ਕਿਉਂਕਿ ਅੰਦਰੋਂ ਅਸੀਂ ਕੁਝ ਹੋਰ ਤੇ ਬਾਹਰੋਂ ਹੋਰ ਹਾਂ। ਕਈ ਵਾਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਹਾਂ, ਅਸੀਂ ਦੇਖਦੇ ਹਾਂ ਕੋਈ ਸਾਹਮਣਿਓਂ ਮੱਥਾ ਟੇਕਦਾ ਹੈ, ਫਿਰ ਇਸ ਪਾਸੇ ਆ ਕੇ, ਫਿਰ ਪਿਛਲੇ ਪਾਸੇ ਜਾ ਕੇ, ਫਿਰ ਇਸ ਪਾਸੇ ਆਉਂਦਾ ਹੈ, ਸਾਹਮਣੇ ਆ ਕੇ ਫਿਰ ਮੱਥਾ ਟੇਕਦਾ ਹੈ, ਆਪਣੀ ਜਗ੍ਹਾ 'ਤੇ ਬਹਿਣ ਲੱਗਿਆਂ ਫਿਰ ਮੱਥਾ ਟੇਕਦਾ ਹੈ, ਪਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੱਥਾ ਟੇਕਣਾ ਪ੍ਰਵਾਨ ਨਹੀਂ ਕਰਦੇ ਹਨ। ਪਤਾ ਕਿਉਂ ਨਹੀਂ ਕਰਦੇ ਹਨ? ਕਿਉਂਕਿ ਸਤਿਗੁਰ ਕਹਿੰਦੇ ਨੇ, ਅੰਦਰਲਾ ਤੇਰਾ ਹਿਰਦਾ ਤੇ ਝੁਕਦਾ ਹੀ ਨਹੀਂ ਹੈ। ਅਪਰਾਧੀ ਦੂਣਾ ਨਿਵੇਂ ਜਿਉ ਹੰਤਾ ਮਿਰਗਾਹੇ। ਅਸੀਂ ਝੁਕਦੇ ਤੇ ਹਾਂ ਬਾਰ-ਬਾਰ, ਮੱਥਾ ਟੇਕਦੇ ਹਾਂ ਅਸੀਂ ਬਾਰ-ਬਾਰ, ਪਰ ਅੰਦਰੋਂ ਸਾਡਾ ਮੱਥਾ ਟੇਕਦਾ ਨਹੀਂ ਹੈ, ਅੰਦਰਲਾ ਸਾਡਾ ਕਿਧਰੇ ਹੋਰ ਹੁੰਦਾ ਹੈ। ਮਹਾਰਾਜ ਕਹਿੰਦੇ ਨੇ, ਸੀਸ ਨਿਵਾਈਏ ਕਿਆ ਥੀਏ, ਜਾਂ ਹਿਰਦੇ ਕੁਸੁੱਦੇ ਜਾਏ। ਮੱਥਾ ਟੇਕਣ ਦਾ ਤੇਰਾ ਕੋਈ ਲਾਭ ਨਹੀਂ ਹੈ ਜਦੋਂ ਅੰਦਰੋਂ ਤੇਰਾ ਮੱਥਾ ਨਹੀਂ ਟਿਕਦਾ ਹੈ। ਅਸੀਂ ਬਾਹਰੋਂ ਤੇ ਬੜੇ ਸੀਸ ਝੁਕਾਉਂਦੇ ਹਾਂ, ਬਾਰ-ਬਾਰ ਮੱਥਾ ਟੇਕਦੇ ਹਾਂ। ਦਸਵੇਂ ਪਾਤਸ਼ਾਹ ਕਹਿੰਦੇ ਨੇ, ਸਿਜਦੇ ਕੀਏ ਅਨੇਕ ਤੋਪਚੀ ਕਪਤ ਭੇਸ, ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਕਈ ਵਾਰ ਬੰਦਾ ਮੱਥਾ ਟੇਕਦਾ ਹੈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਪ੍ਰਮਾਤਮਾ ਮੱਥਾ ਟੇਕਣਾ ਸਾਡਾ ਪ੍ਰਵਾਨ ਕਰ ਲੈਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਕਿ ਡੰਡੌਤ ਬੰਧਨ ਅਨਕ ਵਾਰ, ਡੰਡਵਤ ਪ੍ਰਣਾਮ ਕਰ, ਡੰਡਵਤ ਮੱਥਾ ਟੇਕ। ਕਿਵੇਂ? ਆਪਣੇ ਇਸ ਮਨ ਨੂੰ ਡੰਡੇ ਦੀ ਤਰ੍ਹਾਂ ਬਿਲਕੁਲ ਸਿੱਧਾ ਕਰਕੇ ਫਿਰ ਤੂੰ ਮੱਥਾ ਟੇਕ। ਭਗਤ ਧੰਨਾ ਜੀ ਨੇ ਕੇਵਲ ਇੱਕੋ ਹੀ ਵਾਰੀ ਮੱਥਾ ਟੇਕਿਆ, ਪਰਮਾਤਮਾ ਸਾਹਮਣੇ ਆ ਕੇ ਬਹਿ ਗਿਆ। ਅਸੀਂ ਕਦੀ ਇਸ ਪਾਸੇ ਮੱਥਾ ਟੇਕਦੇ ਹਾਂ, ਕਦੀ ਉਸ ਪਾਸੇ ਟੇਕਦੇ ਹਾਂ, ਕਦੀ ਉਸ ਪਾਸੇ, ਪਰਮਾਤਮਾ ਫਿਰ ਵੀ ਸਾਡੇ ਸਾਹਮਣੇ ਨਹੀਂ ਆਉਂਦਾ ਹੈ। ਇਸ ਦਾ ਕਾਰਨ ਕੀ ਹੈ? ਕਾਰਨ ਸਿਰਫ ਇੱਕੋ ਹੀ ਹੈ, ਅੰਦਰੋਂ ਅਸੀਂ ਮੱਥਾ ਟੇਕਦੇ ਨਹੀਂ ਹਾਂ, ਬਾਹਰੋਂ ਸਾਡਾ ਸਰੀਰ ਮੱਥੇ ਟੇਕਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਨੇ, ਸਿਦਕ ਕਰ ਸਜਦਾ ਮਨ ਕਰ ਮਕਸੂਦ, ਜੈ ਥਿਰ ਦੇਖਾਂ ਤੈਂ ਧਿਰ ਮੌਜੂਦ। ਜਿੱਥੇ ਵੀ ਸਿਦਕ ਦੇ ਨਾਲ, ਵਿਸ਼ਵਾਸ ਦੇ ਨਾਲ ਤੂੰ ਮੱਥਾ ਟੇਕੇਂਗਾ, ਪਰਮਾਤਮਾ ਤੇਰੇ ਸਾਹਮਣੇ ਬੈਠਾ ਹੋਵੇਗਾ। ਪਰ ਅਸੀਂ ਇਤਨੇ ਵਿਸ਼ਵਾਸ ਨਾਲ ਮੱਥਾ ਟੇਕਦੇ ਹੀ ਨਹੀਂ ਹਾਂ। ਮੱਥਾ ਟੇਕ ਕੇ, ਅਰਦਾਸਾਂ ਕਰਕੇ ਜਦੋਂ ਅਸੀਂ ਬਾਹਰ ਨਿਕਲਦੇ ਹਾਂ, ਬਾਹਰ ਜਾ ਕੇ ਸਾਡਾ ਫਿਰ ਮਨ ਕਿਧਰੇ ਇਸ ਪਾਸੇ ਭਟਕਦਾ ਹੈ, ਕਦੇ ਉਸ ਪਾਸੇ ਘੁੰਮਦਾ ਹੈ, ਕਦੇ ਉਸ ਪਾਸੇ ਘੁੰਮਦਾ ਹੈ। ਤੋ ਕਈ ਵਾਰ ਮੱਥਾ ਟੇਕਣ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਜੀ ਮੱਥਾ ਪ੍ਰਵਾਨ ਨਹੀਂ ਕਰਦੇ ਹਨ, ਕਿਉਂਕਿ ਪੂਰੇ ਸਿਦਕ ਦੇ ਨਾਲ, ਵਿਸ਼ਵਾਸ ਦੇ ਨਾਲ ਅਸੀਂ ਮੱਥਾ ਨਹੀਂ ਟੇਕਦੇ ਹਾਂ। ਸਤ ਸੰਗਤ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬਖਸ਼ਿਸ਼ ਕਰਦੀ ਹੈ ਕਿ ਸੰਗਤ ਵਿੱਚ ਆ ਕੇ ਡੰਡੇ ਦੀ ਤਰ੍ਹਾਂ ਸਿੱਧਾ ਹੋ ਕੇ, ਆਪਣੇ ਅੰਦਰੋਂ ਸਾਰੇ ਵੱਲ ਛਲ ਦਗਾ ਫਰੇਬ ਕੱਢ ਕੇ
फिर जब तू मत्था टेकेगा तेरा मत्था टेकना फिर प्रवान कर लिया जाएगा। परमात्मा फिर तेरे सामने बैठा होगा। फिर सतगुर सच्चे पातशाह जी कहते ने संगत विच बह के एक अरदास भी कर। डंडौत बंधन अनक बार सर्ब कला समरथ। ते एक अरदास करनी है केड़ी? डोलन ते राखो प्रभु नानक दे कर हथ। डोलन तो राखो प्रभु, सानू डोलन तो बचा लै। ਜਿਹੜਾ ਸਾਡਾ ਮਨ ਭਟਕ ਜਾਂਦਾ ਹੈ, ਜਿਹੜਾ ਸਾਡੀ ਪਕੜ ਵਿੱਚ ਨਹੀਂ ਆਉਂਦਾ ਮਨ, ਸਤਿਗੁਰ ਸੱਚੇ ਪਾਤਸ਼ਾਹ ਇਸ ਮਨ ਨੂੰ ਡੋਲਣ ਤੋਂ ਬਚਾ ਲੈ। ਕਿਸ ਤਰ੍ਹਾਂ ਬਚਾਣਾ ਹੈ? ਮਹਾਰਾਜ ਕਹਿੰਦੇ ਨੇ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਆਪਣਾ ਹੱਥ ਸਾਡੇ ਸਿਰ ਤੇ ਰੱਖ ਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੱਥ ਦਾ ਜ਼ਿਕਰ ਆਇਆ ਹੈ। ਹੱਥਾਂ ਦੀ ਮਹਿਮਾ ਬਿਆਨ ਕੀਤੀ ਹੈ। ਸਾਡੇ ਸਾਰੇ ਸਰੀਰ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਆਨ ਕਰਦੇ ਹਨ ਕਿ ਇੱਕ ਇੱਕ ਅੰਗ ਨੂੰ ਤੂੰ ਕਿਵੇਂ ਸਫਲ ਕਰਨਾ ਹੈ। ਅੰਤਰ ਗੁਰੂ ਆਰਾਧਨਾ, ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰਨਾਉ। ਇਸ ਤਰੀਕੇ ਦੇ ਨਾਲ ਸਾਰੇ ਅੰਗ ਸਾਡੇ ਸਰੀਰ ਦੇ ਸਫਲ ਕਰਨੇ ਹਨ। ਅੱਖਾਂ ਨੂੰ ਸਫਲ ਕਰਨਾ ਹੈ, ਨਾਸਕਾਂ ਨੂੰ ਸਫਲ ਕਰਨਾ ਹੈ, ਜ਼ੁਬਾਨ ਨੂੰ ਸਫਲ ਕਰਨਾ ਹੈ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਰੇ ਹੱਥ ਵੀ ਸਫਲ ਹੋ ਸਕਦੇ ਨੇ ਪ੍ਰਭੂ ਦੀ, ਪਰਮਾਤਮਾ ਦੀ ਸੇਵਾ ਕਰਕੇ, ਸਤ ਸੰਗਤ ਦੀ ਸੇਵਾ ਕਰਕੇ। ਤੇ ਪਰਮਾਤਮਾ ਦੇ ਅੱਗੋਂ ਜਦੋਂ ਅਸੀਂ ਝੁਕਣਾ ਹੈ, ਜਦੋਂ ਅਸੀਂ ਮੱਥਾ ਟੇਕਣਾ ਤਾਂ ਇੱਕ ਅਰਦਾਸ ਕਰਨੀ ਹੈ। ਆਪਣਾ ਸਿਰ ਸਾਡੇ, ਆਪਣਾ ਹੱਥ, ਇੱਥੇ ਗਲਤੀ ਹੋ ਗਈ ਹੈ ਥੋੜ੍ਹੀ ਜਿਹੀ, ਆਪਣਾ ਹੱਥ ਸਾਡੇ ਸਿਰ ਤੇ ਰੱਖ ਦੇ। ਅਰਦਾਸ ਕਰਨੀ ਹੈ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰ-ਬਾਰ ਨਿਰੰਕਾਰ ਕੋਲੋਂ ਨਿਰੰਕਾਰ ਦੇ ਹੱਥ ਦੀ ਮੰਗ ਕਰਦੇ ਹਨ। ਸਤਿਗੁਰੂ ਕਹਿੰਦੇ ਨੇ ਹਮਰੀ ਕਰੋ ਹੱਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੇ ਤੁਮ ਕਾਵੋ, ਆਪ ਹਾਥ ਦੇ ਮੋਹਿ ਬਚਾਵੋ। ਸਤਿਗੁਰੂ ਚੌਪਈ ਸਾਹਿਬ ਦੀ ਸਮਾਪਤੀ ਵੀ ਹੱਥ ਤੇ ਹੀ ਕਰਦੇ ਨੇ। ਖੜਗ ਕੇਤ ਮੇ ਸ਼ਰਨ ਤਿਹਾਰੀ, ਆਪ ਹਾਥ ਦੇ ਲੇਹੋ ਬਾਰੀ। ਆਪਣਾ ਹੱਥ ਸਾਡੇ ਸਿਰ ਤੇ ਰੱਖ ਦੇ। ਹੁਣ ਪਰਮਾਤਮਾ ਦੇ ਹੱਥ ਨੂੰ ਸਾਡੇ ਸਿਰ ਦੇ ਉੱਪਰ ਕਿਉਂ ਰਖਵਾਉਣਾ ਹੈ? ਆਖਿਰ ਇਸ ਦੇ ਨਾਲ ਕੀ ਹੁੰਦਾ ਹੈ? ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਕ ਗਾਥਾ ਮੈਂ ਛੋਟੀ ਜਿਹੀ ਤੁਹਾਡੇ ਸਾਹਮਣੇ ਰੱਖ ਕੇ ਸਮਾਪਤੀ ਕਰਦੇ ਹਾਂ। ਮਹਾਰਾਜਾ ਰਣਜੀਤ ਸਿੰਘ ਜੀ ਇੱਕ ਅੱਖ ਤੋਂ ਕਾਣੇ ਵੀ ਸਨ, ਚਿਹਰੇ ਦੇ ਉੱਪਰ ਚੇਚਕ ਦੇ ਦਾਗ ਸਨ, ਪੜ੍ਹੇ ਲਿਖੇ ਬਿਲਕੁਲ ਵੀ ਨਹੀਂ ਸਨ। ਕੋਈ ਵੀ ਕੰਮ ਕਰਦੇ ਤਾਂ ਸਿਰ ਅੰਗੂਠਾ ਲਾ ਦਿੰਦੇ ਸਨ। ਦਰਬਾਰੀਆਂ ਨੇ ਪੁੱਛ ਲਿਆ ਵੀ ਤੁਹਾਨੂੰ ਮਹਾਰਾਜਾ ਸਾਹਿਬ ਕਿਸ ਨੇ ਬਣਾਇਆ ਹੈ? ਨਾ ਤੁਸੀਂ ਬਹੁਤ ਜ਼ਿਆਦਾ ਸੋਹਣੇ ਹੋ, ਇੱਕ ਅੱਖ ਤੋਂ ਤੁਸੀਂ ਕਾਣੇ ਵੀ ਹੋ, ਪੜ੍ਹੇ ਲਿਖੇ ਤੁਸੀਂ ਹੈ ਨਹੀਂ ਹੋ, ਫਿਰ ਤੁਹਾਨੂੰ ਮਹਾਰਾਜਾ ਸਾਹਿਬ ਕਿਸ ਨੇ ਬਣਾਇਆ ਹੈ? ਕਹਿੰਦੇ ਮਹਾਰਾਜਾ ਰਣਜੀਤ ਸਿੰਘ ਕੋਈ ਜਵਾਬ ਨਹੀਂ ਸਨ ਦਿੰਦੇ ਵੀ ਕੀ ਜਵਾਬ ਦਈਏ, ਅੱਖਾਂ ਆਪਣੀਆਂ ਨੀਵੀਆਂ ਕਰ ਲੈਂਦੇ ਸਨ। ਇੱਕ ਦਿਨ ਸ਼ਾਮ ਦੇ ਵਕਤ ਮਹਾਰਾਜਾ ਰਣਜੀਤ ਸਿੰਘ ਜੀ ਟਹਿਲ ਰਹੇ ਸਨ ਜੰਗਲਾਂ ਦੇ ਵਿੱਚ। 3-4 ਉਹਨਾਂ ਦੇ ਸਾਥੀ ਵੀ ਨਾਲ ਸਨ। ਟਹਿਲਦਿਆਂ ਹੋਇਆਂ ਜਦ ਜਾ ਰਹੇ ਤਾਂ ਸਾਹਮਣੇ ਇੱਕ ਬਜ਼ੁਰਗ ਬਾਬੇ ਨੇ ਲੱਕੜਾਂ ਕੱਢ ਕੇ ਇੱਕ ਗੱਠਰ ਬਣਾਇਆ ਹੋਇਆ। ਲੱਕੜਾਂ ਕੁਛ ਜ਼ਿਆਦਾ ਕੱਟ ਲਈਆਂ, ਗੱਠਰ ਬਹੁਤ ਭਾਰਾ ਹੋ ਗਿਆ, ਚੁੱਕਿਆ ਨਹੀਂ ਜਾਂਦਾ। ਇਸ ਬਾਬੇ ਨੇ ਦੇਖਿਆ ਵੀ ਸਾਹਮਣੇ ਕੋਈ ਆ ਰਿਹਾ ਹੈ, ਨੌਜਵਾਨ ਹੈ, ਸਰੀਰ ਕਰਕੇ ਬੜਾ ਤਗੜਾ ਹੈ।
ਮਹਾਰਾਜਾ ਰਣਜੀਤ ਸਿੰਘ ਜੀ ਸਰੀਰ ਕਰਕੇ ਬਹੁਤ ਤਗੜੇ ਸਨ। ਇਸ ਬਾਬੇ ਨੇ ਆਵਾਜ਼ ਮਾਰੀ ਵੀ ਐ ਨੌਜਵਾਨ, ਸਰੀਰ ਤੇਰਾ ਬੜਾ ਤਗੜਾ ਹੈ, ਇਹ ਲੱਕੜਾਂ ਚੁਕਾ ਕੇ ਤੇ ਮੇਰੇ ਸਿਰ ਤੇ ਰੱਖ ਦੇ। ਕੱਟ ਲੀਆਂ ਨੇ ਜ਼ਿਆਦਾ, ਹੁਣ ਚੁੱਕੀਆਂ ਨਹੀਂ ਜਾਂਦੇ। ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹ ਲੱਕੜਾਂ ਚੁੱਕ ਕੇ ਬਜ਼ੁਰਗ ਬਾਬੇ ਦੇ ਸਿਰ ਤੇ ਰੱਖ ਦਿੱਤੀਆਂ ਤੇ ਨਾਲ ਹੀ ਚੱਲ ਪਏ। ਰਸਤੇ ਵਿੱਚ ਚਲਦਿਆਂ ਹੋਇਆਂ ਬਾਬੇ ਨੂੰ ਪੁੱਛਿਆ ਵੀ ਤੇਰਾ ਨਾਮ ਕੀ ਹੈ, ਤੂੰ ਕਿੱਥੇ ਰਹਿਣਾ ਹੈ, ਤੇਰਾ ਘਰ ਕਿੱਥੇ ਹੈ, ਇਹਨਾਂ ਲੱਕੜਾਂ ਦਾ ਤੂੰ ਕੀ ਕਰੇਂਗਾ? ਬਾਬਾ ਕਹਿੰਦਾ ਵੀ ਇਹ ਲੱਕੜਾਂ ਮੈਂ ਬਾਜ਼ਾਰ ਵਿੱਚ ਵੇਚ ਦੇਣੀਆਂ ਹਨ। ਅੱਛਾ, ਕਿਤਨੇ ਦੀਆਂ ਵੇਚੇਂਗਾ? ਬਜ਼ੁਰਗ ਕਹਿੰਦਾ ਵੀ ਇਹ ਲੱਕੜਾਂ ਮੈਂ ਕੱਲ੍ਹ ਬਾਜ਼ਾਰ ਵਿੱਚ ਵੇਚਣੀਆਂ ਨੇ 2 ਰੁਪਏ ਦੀਆਂ। ਮਹਾਰਾਜਾ ਰਣਜੀਤ ਸਿੰਘ ਜੀ ਇਸ ਤਰ੍ਹਾਂ ਹੀ ਗੱਲਾਂ ਬਾਤਾਂ ਕਰਦਿਆਂ ਹੋਇਆਂ ਵਾਪਸ ਪਿੱਛੇ ਆ ਗਏ। ਆਪਣੇ ਇੱਕ ਸੇਵਕ ਨੂੰ ਭੇਜਿਆ ਵੀ ਜਾ ਕੇ ਇਸ ਦਾ ਘਰ ਦੇਖ ਕੇ ਆ ਕਿੱਥੇ ਹੈ। ਇਸ ਨੂੰ ਦੱਸਣਾ ਨਹੀਂ ਕਿ ਮਹਾਰਾਜਾ ਸਾਹਿਬ ਨਾਲ ਨੇ। ਉਹ ਸਿੱਖ ਜਾ ਕੇ ਬਜ਼ੁਰਗ ਬਾਬੇ ਦਾ ਘਰ ਦੇਖ ਕੇ ਆਇਆ। ਅਗਲੇ ਦਿਨ ਜਦੋਂ ਫਿਰ ਦਰਬਾਰ ਸਜਿਆ ਵੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਇੱਕ ਸੇਵਕ ਨੂੰ ਭੇਜਿਆ ਵੀ ਜਾ ਕੇ ਉਸ ਬਾਬੇ ਨੂੰ ਬੁਲਾ ਕੇ ਲਿਆ ਜਿਸ ਨੂੰ ਕੱਲ੍ਹ ਅਸੀਂ ਮਿਲੇ ਸਾਂ, ਔਰ ਉਸ ਨੂੰ ਕਹਿਣਾ ਲੱਕੜਾਂ ਵੀ ਆਪਣੀਆਂ ਨਾਲ ਲੈ ਕੇ ਆਵੇ। ਜਦੋਂ ਉਸਨੇ ਜਾ ਕੇ ਉਸ ਬਾਬੇ ਨੂੰ ਆਖਿਆ ਤੇ ਬਾਬਾ ਬੜਾ ਡਰਿਆ, ਪਤਾ ਨਹੀਂ ਮੇਰੇ ਕੋਲੋਂ ਕੋਈ ਗਲਤੀ ਹੋਈ ਏ, ਲੱਕੜਾਂ ਮੈਂ ਜ਼ਿਆਦਾ ਕੱਟ ਲੀਆਂ ਨੇ, ਸ਼ਾਇਦ ਇਸ ਵਾਸਤੇ ਮੈਨੂੰ ਬੁਲਾਇਆ ਕੋਈ ਸਜ਼ਾ ਮਿਲੇਗੀ। ਸਿਰ ਤੇ ਲੱਕੜਾਂ ਰੱਖ ਕੇ ਬਜ਼ੁਰਗ ਬਾਬਾ ਚੱਲ ਪਿਆ। ਜੈਸੇ ਹੀ ਦਰਬਾਰ ਵਿੱਚ ਪਹੁੰਚਿਆ ਤਾਂ ਸਾਹਮਣੇ ਦਰਵਾਜ਼ੇ ਕੋਲ ਆ ਕੇ ਖੜਾ ਹੋ ਗਿਆ। ਅੰਦਰੋਂ ਬੜਾ ਡਰਿਆ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਜੋ ਆਪਣੇ ਸਿੰਘਾਸਨ ਤੇ ਬੈਠੇ ਹੋਏ ਸਨ, ਉਹਨਾਂ ਆਖਿਆ ਬਾਬਾ ਤੂੰ ਡਰਨਾ, ਅੰਦਰ ਆ ਜਾ, ਮੈਂ ਹੀ ਤੈਨੂੰ ਬੁਲਾਇਆ ਹੈ। ਬਜ਼ੁਰਗ ਨੇ ਆ ਕੇ ਲੱਕੜਾਂ ਰੱਖੀਆਂ, ਹੱਥ ਜੋੜ ਕੇ ਨਮਸਕਾਰ ਕੀਤੀ, ਆਖਿਆ ਮਹਾਰਾਜ ਹੁਕਮ ਕਰੋ, ਕਿਉਂ ਮੈਨੂੰ ਬੁਲਾਇਆ ਹੈ? ਮਹਾਰਾਜਾ ਸਾਹਿਬ ਕਹਿੰਦੇ ਨੇ ਇਹ ਲੱਕੜਾਂ ਮੈਂ ਖਰੀਦਣੀਆਂ ਚਾਹੁੰਦਾ। ਬਜ਼ੁਰਗ ਹੱਸ ਪਿਆ। ਮਹਾਰਾਜਾ ਸਾਹਿਬ ਨੇ ਫਿਰ ਆਖਿਆ ਵੀ ਜਿਹੜੀਆਂ ਲੱਕੜਾਂ ਤੂੰ ਲੈ ਕੇ ਆਇਆ, ਇਹਨਾਂ ਲੱਕੜਾਂ ਨੂੰ ਮੈਂ ਖਰੀਦਣਾ ਚਾਹੁੰਦਾ ਹਾਂ। ਇਸ ਬਜ਼ੁਰਗ ਨੇ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ। ਮਹਾਰਾਜਾ ਸਾਹਿਬ ਕਹਿੰਦੇ ਨੇ ਜਿਹੜੀਆਂ ਲੱਕੜਾਂ ਮੈਂ ਚੁੱਕ ਕੇ ਤੇਰੇ ਸਿਰ ਤੇ ਰੱਖੀਆਂ ਨੇ, ਇਹਨਾਂ ਲੱਕੜਾਂ ਨੂੰ ਮੈਂ ਖਰੀਦਣਾ ਚਾਹੁੰਦਾ, ਤੂੰ ਕਿਤਨੇ ਦੀਆਂ ਦੇਂਗਾ? ਤੇ ਬਜ਼ੁਰਗ ਬਾਬਾ ਕਹਿੰਦਾ ਮਹਾਰਾਜਾ ਸਾਹਿਬ ਜੇ ਤੁਸੀਂ ਵਾਕਈ ਇਹ ਲੱਕੜਾਂ ਖਰੀਦਣੀਆਂ ਨੇ, ਇਹ ਲੱਕੜਾਂ ਮੈਂ ਤੁਹਾਨੂੰ ਦਿਆਂਗਾ 2000 ਰੁਪਏ ਦੀਆਂ। ਮਹਾਰਾਜਾ ਸਾਹਿਬ ਬੜੇ ਹੱਸ ਪਏ, ਕਹਿਣ ਲੱਗੇ ਹੱਦ ਹੋ ਗਈ ਏ, ਕੱਲ੍ਹ ਇਹ ਲੱਕੜਾਂ 2 ਰੁਪਏ ਦੀਆਂ ਸਨ, ਅੱਜ ਤੂੰ ਰਾਜ ਦਰਬਾਰ ਦੇ ਵਿੱਚ ਆ ਕੇ ਇਤਨਾ ਲਾਲਚੀ ਹੋ ਗਿਆ, 2 ਰੁਪਏ ਦੀਆਂ ਲੱਕੜਾਂ ਦੇ 2000 ਰੁਪਏ, ਇਤਨਾ ਲਾਲਚ। 2 ਦੇ 20 ਮੰਗ ਲੈਂਦਾ, 40 ਮੰਗ ਲੈਂਦਾ, 60 ਮੰਗ ਲੈਂਦਾ, ਪਰ ਤੂੰ ਬਹੁਤ ਜ਼ਿਆਦਾ ਲਾਲਚ ਕੀਤਾ ਹੈ। ਬਜ਼ੁਰਗ ਬਾਬੇ ਨੇ ਪਤਾ ਕੀ ਜਵਾਬ ਦਿੱਤਾ ਹੈ? ਕਹਿੰਦੇ ਮਹਾਰਾਜਾ ਸਾਹਿਬ ਕੱਲ੍ਹ ਤੱਕ ਇਹ ਲੱਕੜਾਂ 2 ਰੁਪਏ ਦੀਆਂ ਸਨ। ਜਦੋਂ ਮਹਾਰਾਜਾ ਸਾਹਿਬ ਨੇ ਇਹਨਾਂ ਲੱਕੜਾਂ ਦੇ ਉੱਪਰ ਹੱਥ ਰੱਖ ਦਿੱਤਾ ਹੈ ਤੇ ਮਹਾਰਾਜਾ ਸਾਹਿਬ ਇਹਨਾਂ ਲੱਕੜਾਂ ਦੀ ਕੀਮਤ 2000 ਰੁਪਏ ਵੀ ਘੱਟ ਹੈ, 2 ਲੱਖ ਰੁਪਏ ਵੀ ਘੱਟ ਹੈ, ਕਿਉਂਕਿ ਕੱਲ੍ਹ ਤੱਕ ਇਹਨਾਂ ਲੱਕੜਾਂ ਦੀ ਕੀਮਤ 2 ਰੁਪਏ ਸੀ। ਜਦੋਂ ਮਹਾਰਾਜਾ ਸਾਹਿਬ ਨੇ ਇਸ 'ਤੇ ਹੱਥ ਰੱਖ ਦਿੱਤਾ ਹੈ, ਇਹਨਾਂ ਲੱਕੜਾਂ ਦੀ ਕੀਮਤ ਫਿਰ 2000 ਰੁਪਏ ਵੀ ਘੱਟ ਹੈ, 2 ਲੱਖ ਵੀ ਘੱਟ ਹੈ। ਮਹਾਰਾਜਾ ਸਾਹਿਬ ਤੁਹਾਡੇ ਦਰਬਾਰ ਵਿੱਚ ਬੈਠੇ ਹਨ ਇਤਿਹਾਸ ਲਿਖਣ ਵਾਲੇ, ਕੱਲ੍ਹ ਇਹ ਗੱਲ ਲਿਖੀ ਜਾਏਗੀ ਕਿ ਜਿਨ੍ਹਾਂ ਲੱਕੜਾਂ 'ਤੇ ਮਹਾਰਾਜਾ ਸਾਹਿਬ ਨੇ ਹੱਥ ਰੱਖਿਆ ਉਸ ਦੀ ਕੀਮਤ ਸਿਰਫ 2000 ਰੁਪਈਏ। ਮੈਂ ਤਾਂ ਬੜਾ ਸੰਕੋਚ ਕਰ ਗਿਆ ਹਾਂ ਕਿ ਮੈਂ ਤੁਹਾਡੇ ਕੋਲੋਂ ਸਿਰਫ 2000 ਰੁਪਈਏ ਮੰਗੇ ਹਨ।
इन्हां लकड़ां दी कीमत कल तक 2 रुपए सी, पर जदों महाराजा साहब ने इस ते हत्थ रख दिता है, इन्हां लकड़ां दी कीमत 2000 भी घट है, 2 लाख रुपए भी घट है। कहते ने महाराजा रणजीत सिंह जी रोण लग पे एकदम, ते दरबारियां ने आख्या भी रोण दी की लोड़ है, खजाने विच कोई कमी नहीं है, 2000 रुपए दे के ते लकड़ां लै लो। महाराजा साहब कहते ने मैं इस वास्ते नहीं रोंदा, 2 रुपए दियां लकड़ां दे इसने 2000 रुपए मंगे हन। इस बुजुर्ग ने मैनू कुछ याद करा दिता है। बुलाओ उन्हां सारे लोकां नू जिहड़े पुछदे सन कि तैनू महाराजा किसने बनाया है, एक अख तो तू काना है, पढ़िया लिखिया तू है नहीं है, चेहरे दे उपर चेचक दे दाग भी ने। अज मैं उन्हां सारियां नू जवाब देना है। ये सारे हैरान हो गए भी इन्हां लकड़ां नू देख के पता नहीं महाराजा साहब ने की जवाब देना है। कट्ठे हो के जदों सारे आ गए ने, महाराजा साहब कहंदे ने तुसीं मेरे कोलों पुछदे हो ना मैनू महाराजा साहब किसने बनाया, तो फिर सुनो। जिस वेले मैं गुरु ग्रंथ साहब महाराज दे अगे खड़ा हो के ये अरदास करदा हाँ, किहड़ी डंडौत बंधन अनक बार, सर्ब कला समरथ, डोलन ते राखो प्रभु, नानक दे कर हथ। जदों गुरु ग्रंथ साहब महाराज दे अगों मैं मत्था टेकदा ते गुरु ग्रंथ साहब जी मेरे सिर ते हथ रख देंदे ने, तो फिर ये काणा रणजीत सिंह, ये अनपढ़ रणजीत सिंह, ये बदसूरत रणजीत सिंह महाराजा रणजीत सिंह बन जाता है। जदों गुरु ग्रंथ साहब महाराज मेरे सिर ते हथ रख देंदे ने, मैं कोई एवें ही महाराजा साहब नहीं बनया, गुरु ग्रंथ साहब ने मेरे सिर ते हथ रख दिता है। महाराज दी बाणी भी बख्शिश करदी है, कर हुक्म मस्तक हथ धर, विचों मार कड्डियां बुराइयां, सौ तुठे तां नौ निध पाइयां। सतगुर कहंदे ने जदों परमात्मा साडे हिरदे साडे सिर ते हथ रख दवे, अंदरों सारियां बुराइयां कढ के परमात्मा 9 निधियां 18 सिद्धियां दी सानू बख्शिश कर दिंदा है। जिस दे भी सिर ते परमात्मा हथ रख दिंदा है, वो भावें कितना ही अनपढ़ क्यों ना होवे, वो भावें कितना ही मूर्ख क्यों ना होवे, वो भी सियाणियां दा महान सियाणा बन जांदा है। जैसे श्री गुरु हरकृष्ण साहब महाराज ने छज्जू चीवर दे सिर ते हथ रख के गीता दे अर्थ करा लए सन। इस तरह सच्चे पातशाह जी दे पावन चरनां विच सत संगत विच आके अंदरों सारे वल छल दगा फरेब कढ के डंडे की तरह सीधा हो के फिर पूरे विश्वास नाल जदों असीं मत्था टेकांगे और गुरु ग्रंथ साहब महाराज जदों सिर ते हथ रख देणगे, फिर असीं पातशाहां दे भी पातशाह बन जावांगे। सतगुर सच्चे पातशाह जी बख्शिश करन, अपना रहमता भरिया हथ साडे सिर ते रखन, ताकि जीवन साडा सफल हो सके। भुल्लां चुकां दी क्षमा। बार बार सारियां दा धन्नवाद। वाहिगुरू जी का खालसा, वाहिगुरू जी की फतेह।